ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹੱਲਾ ਨੌਵੇਂ ਕੇ ਸ਼ਲੋਕ ਨੌਵਾਂ। ਸਭ ਸੁਖ ਦਾਤਾ ਰਾਮ ਹੈ, ਦੂਸਰ ਨਾਹਿਨ ਕੋਏ। ਕਉ ਨਾਨਕ ਸੁਨ ਰੇ ਮਨਾ, ਤਹਿ ਸਿਮਰਤ ਗਤ ਹੋਏ। ਸਤਿਗੁਰ ਸਮਝਾਉਂਦੇ ਭਾਈ ਨੌਵੇਂ ਪਾਤਸ਼ਾਹ, ਸਾਰੇ ਸੁੱਖਾਂ ਦਾ ਜਿਹੜਾ ਦਾਤਾ ਖਜ਼ਾਨਾ ਹੈ ਉਹੀ ਤਾਂ ਰਾਮ ਹੈ। ਸਭੇ ਘਟ ਰਾਮ ਬੋਲੇ, ਰਾਮ ਬਿਨ ਕੋ ਬੋਲੇ ਰੇ। ਨਾਮਦੇਵ ਜੀ ਸਮਝਾਉਂਦੇ ਨੇ ਉਹ ਰਾਮ ਜਿਹੜਾ ਸਾਰੇ ਘਟਾਂ ਅੰਦਰ ਬੋਲਦਾ ਹੈ। ਘਟ ਘਟ ਮੈਂ ਹਰ ਜੀਉ ਵਸੇ, ਸੰਤਨ ਕਹਿਓ ਪੁਕਾਰ। ਬਾਣੀ ਨੇ ਪੁਕਾਰ ਪੁਕਾਰ ਕੇ ਸਾਨੂੰ ਸਮਝਾਇਆ, ਅਨੇਕਾਂ ਉਪਦੇਸ਼ ਦੇ ਕੇ ਸਮਝਾਇਆ। ਇਹ ਕੁੰਭਕਰਨ ਮਨ ਇੱਛਾ ਦੇ ਵਿੱਚ ਆ ਕੇ ਸੌਂ ਗਿਆ, ਸੰਸਾਰੀ ਇਹਦੇ ਰਿਸ਼ਤੇ ਬਣ ਗਏ, ਆਪਦੇ ਮੂਲ ਨੂੰ ਭੁੱਲ ਗਿਆ। ਹੁਣ ਦੁਬਾਰਾ ਇਹਨੂੰ ਜਗਾਉਣਾ ਹੈ, ਪਰ ਗੁਰ ਸ਼ਬਦ ਦੇ ਗਿਆਨ ਤੋਂ ਬਿਨਾਂ ਇਹ ਕਿਵੇਂ ਜਾਗੂਗਾ? ਜੋ ਅਸੀਂ ਪੜ੍ਹਦੇ ਹਾਂ, ਵਿਚਾਰਦੇ, ਸਮਝਦੇ ਹਾਂ, ਉਹ ਤਾਂ ਸਾਡੀ ਆਪਣੀ ਮੱਤ ਹੈ। ਭਈ ਆਪਣੀ ਮੱਤ ਦਾ ਵਿਸ਼ਾ ਹੀ ਨਹੀਂ ਗੁਰਬਾਣੀ ਹੈਗੀ। ਗੁਰਬਾਣੀ ਵਿਚਾਰਨ ਤੋਂ ਬਾਅਦ ਹੀ ਸਾਨੂੰ, ਸ਼ਬਦ ਦੇ ਗਿਆਨ ਤੋਂ ਬਾਅਦ ਹੀ ਪਤਾ ਲੱਗਦਾ ਵੀ ਸਾਡੀ ਮਨਬੁੱਧੀ ਦਾ ਤਾਂ ਵਿਸ਼ਾ ਹੀ ਨਹੀਂ ਹੈਗਾ। ਇਹ ਤਾਂ ਕਿਰਪਾ ਰਹਿਮਤ 'ਤੇ ਖੜੀ ਹੈ। ਹੁਣ ਜਿਹੜੇ ਅਸੀਂ ਸੁੱਖ ਭਾਲਦੇ ਹਾਂ ਉਹ ਮਾਇਆ ਕਰਕੇ, ਸੰਸਾਰ ਕਰਕੇ, ਉਹ ਤਾਂ ਕਿਸੇ ਨੂੰ ਥੋੜ੍ਹੇ, ਕਿਸੇ ਨੂੰ ਜ਼ਿਆਦਾ। ਤਾਂ ਸਰੀਰਕ ਸੁੱਖ ਨੇ, ਆਤਮ ਸੁੱਖ ਤਾਂ ਮਿਲ ਹੀ ਨਹੀਂ ਸਕਦਾ ਕਦੇ ਵੀ। ਉਹ ਕਿੱਡੀ ਵੀ ਪਦਵੀ ਪ੍ਰਾਪਤ ਕਰ ਲਵੇ ਸੰਸਾਰ 'ਚ, ਕਿੰਨੀ ਦੌਲਤ ਪ੍ਰਾਪਤ ਕਰ ਲਵੇ, ਕਿੱਡਾ ਰਾਜ ਕਾਇਮ ਕਰ ਲਏ, ਸਾਰਾ ਸੰਸਾਰ ਉਹਨੂੰ ਕਿਉਂ ਨਾ ਮੰਨਦਾ? ਕਿ ਆਪਾਂ ਸਤਿਗੁਰਾਂ ਦੇ ਵਚਨ ਲੈ ਲੈਂਦੇ ਹਾਂ ਜਪਜੀ ਸਾਹਿਬ ਦੇ। ਜੇ ਜੁਗ ਚਾਰੇ ਆਰ ਜਾਂ ਹੁਣ ਦਸੂਣੀ ਹੋਏ, ਨਵ ਖੰਡਾਂ ਵਿੱਚ ਜਾਣੀਏ, ਨਾਲ ਚਲੇ ਸਭ ਕੋਏ। ਚੰਗਾ ਨਾਉ ਰਖਾਏ ਕੇ, ਜਸ ਕਿਰਤ ਜਗਲੇ। ਜੇ ਤਿਸ ਨਜ਼ਰ ਨਾ ਆਵਈ, ਤਾਂ ਬਾਤ ਨਾ ਪੁੱਛੇ ਕੇ। ਸਤਿਗੁਰ ਤਾਂ ਸਮਝਾਉਂਦੇ ਨੇ ਵੀ ਕਿੱਡੇ ਵੀ ਉਮਰਾਂ ਯੁੱਗਾਂ ਦੀਆਂ ਹੈ ਤਾਂ ਨਹੀਂ ਹੈਗੀ ਗੱਲ, ਪਰ ਸਤਿਗੁਰਾਂ ਨੇ ਕਿਹਾ ਭਾਈ ਤੂੰ 4 ਯੁੱਗਾਂ ਦੀ ਉਮਰ ਕਰ ਲਾ, ਦਸੂਣੀ ਵੀ ਕਰ ਲਾ, ਪਰ ਜੇ ਉਹਦੀ ਨਜ਼ਰ ਨਾ ਹੋਈ, ਨਾਮ ਦੀ ਪ੍ਰਾਪਤੀ ਨਹੀਂ ਹੋਈ, ਕਿਰਪਾ ਨਹੀਂ ਹੋਈ ਉਹਦੀ, ਤੇਰੀ ਬਾਤ ਨਹੀਂ ਕਿਸੇ ਨੇ ਪੁੱਛਣੀ। ਸੰਸਾਰ ਤੈਨੂੰ ਪਿਆ ਮੰਨੀ ਜਾਵੇ। ਸੰਸਾਰ ਤਾਂ ਜੋ ਦਿਖ ਰਿਹਾ ਸਾਨੂੰ, ਜੋ ਦੀਸੇ ਸੋ ਮਾਇਆ, ਜੋ ਉਪਜਿਆ ਸੋ ਬਿਨਸੈ ਪਰਵਾਜ ਕੇ ਕਾਲ। ਇਹ ਤਾਂ ਸਭ ਵਿਨਾਸ਼ ਹੋਣਾ ਵਾਲਾ ਹੈ। ਇਹ ਤਾਂ ਜੀਵ ਜਿਹੜਾ ਪ੍ਰਾਹੁਣਾ ਵਾ, ਕੁਛ ਟਾਈਮ ਲਈ ਇੱਥੇ ਆਇਆ ਵਾ, ਨਾਮ ਦੀ ਪ੍ਰਾਪਤੀ ਲਈ ਇਹਨੂੰ ਇਹ ਸਰੀਰ ਮੁੱਖਾ ਦੇਹੀ ਮਿਲੀ ਹੈ। ਇਹ ਬਾਹਰ ਕੱਪੜਾ ਰੂਪ ਜਿਹੜੀ ਦੇਹ ਪਾਈ ਹੈ, ਇਹਨੂੰ ਆਪਦੀ ਦੇਹੀ ਮੰਨੀ ਜਾਂਦਾ। ਦੇਹੀ ਗੁਪਤ ਬਦੇਹੀ ਦਿਸੇ, ਸਗਲੇ ਸਾਜ ਕਰਤ ਜਗਦੀਸੇ। ਉਹ ਜਗਦੀਸ਼ ਨੇ, ਅੰਤਰਾਤਮਾ ਨੇ, ਜਿਹੜੀ ਸਾਨੂੰ ਆ ਬਾਹਰ ਕੱਪੜਾ ਰੂਪ ਦੇਹੀ ਪਾਈ ਆ ਹੁਕਮ ਅਨੁਸਾਰ, ਉਹਨੂੰ ਅਸੀਂ ਆਪਦੀ ਦੇਹੀ ਮੰਨੀ ਜਾਂਦੇ ਹਾਂ। ਇਹ ਦੇਹੀ ਨਹੀਂ ਹੈਗੀ, ਤਾਂ ਛੱਡਣੀ ਪੈਣੀ ਹੈ ਸਾਨੂੰ। ਤਾਂ ਕੱਪੜਾ ਵਾ, ਕਰਮੀ ਆਵੇ ਕੱਪੜਾ, ਨਦਰੀ ਮੋਖ ਦਵਾਰ। ਨਦਰ ਲੈਣੀ ਹੈ, ਰਹਿਮਤ ਲੈਣੀ ਹੈ, ਕਿਰਪਾ ਲੈਣੀ ਹੈ। ਨਦਰ ਕੀ ਹੈ? ਨਾਮ ਗਿਆਨ। ਗਿਆਨ ਤੋਂ ਬਿਨਾਂ ਮਨ ਨੇ ਟਿਕਣਾ ਨਹੀਂ ਹੈਗਾ। ਟਿਕੇ ਤੋਂ ਬਿਨਾਂ ਮਨ ਨੂੰ ਕਾਲ ਨੇ ਛੱਡਣਾ ਨਹੀਂ। ਇੱਛਾ ਜਾਣੀਏ ਨਹੀਂ, ਇੱਛਾ ਹੀ ਕਾਲ ਹੈ। ਭਗਤ ਕਬੀਰ ਜੀ ਸਮਝਾਉਂਦੇ ਨੇ, ਕਾਲ ਕਲਪਨਾ ਕਦੇ ਨਾ ਖਾਏ, ਆਦਿ ਪੁਰਖ ਮੇ ਰਹੇ ਸਮਾਏ। ਅਸੀਂ ਆਦਿ ਪੁਰਖ ਜਿਹੜਾ ਜੰਮਣ ਮਰਨ ਤੋਂ ਪਰੇ ਹੈ, ਅਸੀਂ ਉਹਦੇ ਚਰਨਾਂ 'ਚ ਪਹੁੰਚਣਾ ਵਾ। ਉਹ ਸਮਾਉਣਾ ਹੈ ਸਾਡੀ ਜਿਹੜੀ ਮਨ ਬੁੱਧੀ ਹੈ, ਇਹਨੇ ਸੱਚ ਦਾ ਗਿਆਨ ਲੈ ਕੇ, ਤਾਂ ਇਹਦਾ ਕਾਲ ਤੋਂ ਛੁਟਕਾਰਾ ਹੋਣਾ। ਉਹੀ ਤਾਂ ਸਤਿਗੁਰ ਸਮਝਾਉਂਦੇ ਨੇ, ਸਭ ਸੁਖ ਦਾਤਾ ਰਾਮ ਹੈ, ਦੂਸਰ ਨਾਹਿਨ ਕੋਈ। ਦੂਆ ਤਾਂ ਹੈ ਹੀ ਨਹੀਂ ਭਾਈ ਕੋਈ। ਇੱਕੋ ਸਿਮਰੀਏ ਨਾਨਕਾ, ਦੂਜਾ ਕਾਹੇ ਕੋ। ਦੂਜਾ ਤਾਂ ਹੈ ਹੀ ਨਹੀਂ ਕੋਈ। ਦੂਜਾ ਹੋਏ ਤਾਂ ਸਿਮਰੀਏ ਨਾ। ਇਹ ਬੜ ਉੱਚਾ ਹੋਵੇ ਕੋਈ, ਤਾਂ ਸੁੱਚੇ ਕੋ ਜਾਣੇ ਸੋਏ। ਬਾਣੀ ਨੇ ਅਨੇਕਾਂ ਉਪਦੇਸ਼ ਦੇ ਕੇ ਸਾਨੂੰ ਸਮਝਾਇਆ, ਪਰ ਅਸੀਂ ਜੇ ਸੁਣਾਂਗੇ ਸਾਨੂੰ ਫੇਰ ਹੀ ਪ੍ਰਾਪਤੀ ਹੋਊਗੀ ਨਾ। ਪਰ ਅਸੀਂ ਤਾਂ ਗੁਰੂ ਨੂੰ ਉਪਦੇਸ਼ ਕਰਨ ਲੱਗ ਜਾਂਦੇ ਹਾਂ। ਗੁਰੂ ਘਰਾਂ ਜਾ ਕੇ ਵੀ ਸੁਣਨੀ ਹੈ, ਜਿੱਥੇ ਦੀਵਾਨ ਸਜਾਏ ਜਾਂਦੇ ਨੇ, ਜਿੱਥੇ ਕੀਰਤਨ ਦਰਬਾਰ ਵੀ ਹੁੰਦੇ, ਉੱਥੇ ਵੀ ਤਾਂ ਗੁਰੂਆਂ ਦਾ ਜਸ ਹੀ ਹੁੰਦਾ ਵਾ। ਉਹੀ ਗੁਰਸਿੱਖ ਹੈ ਜਿਹੜਾ ਗੁਰ ਸ਼ਬਦ ਕਰਨੀ ਧਿਆਨ ਰੱਖਦਾ ਵਾ। ਕਿਤੇ ਵੀ ਅਸੀਂ ਜਾਈਏ ਭਾਈ, ਉੱਧਰ ਹੀ ਧਿਆਨ ਰੱਖਣਾ, ਤਾਂ ਕਾਲ ਤੋਂ ਬਚਾਂਗੇ ਅਸੀਂ। ਉਹ 'ਚੋਂ ਸਾਨੂੰ ਗਿਆਨ ਪੈਦਾ ਹੋਣਾ, ਤਾਂ ਮਨ ਨੇ ਟਿਕਣਾ। ਜੇ ਮਨ ਨਹੀਂ ਟਿਕੂਗਾ ਤਾਂ ਭਗਤੀ ਕਿਵੇਂ ਕਰਾਂਗੇ? ਉਹੀ ਸਤਿਗੁਰ ਸਮਝਾਉਂਦੇ ਨੇ ਵੀ ਬਾਹਰ ਨਾ ਸੁਖ ਭਾਲ ਤੂੰ ਪਾਈ। ਕਹੋ ਨਾਨਕ ਸੁਨ ਰੇ ਮਨਾ, ਤਹਿ ਸਿਮਰਤ ਗਤ ਹੋਏ।
हे ਮਨਾ ਤੈ ਸਿਮਰ ਤੋਂ ਭਾਵ ਨੂੰ ਸਮਝੀਏ। ਜਪ ਦਾ ਭਾਵ ਵੀ ਸਮਝਣਾ ਹੁੰਦਾ, ਵਿਚਾਰਨਾ। ਵਿਚਾਰਨ ਤੋਂ ਬਾਅਦ ਫਿਰ ਗਿਆਨ ਪੈਦਾ ਹੁੰਦਾ। ਧਰਮ ਹੁੰਦਾ ਹੀ ਵਿਸ਼ਾ ਵਿਚਾਰ ਦਾ ਵਾ, ਵਾਦ ਵਿਵਾਦ ਦਾ ਨਹੀਂ ਹੁੰਦਾ। ਜਿਹੜੇ ਲੋਕ ਵਾਦ ਵਿਵਾਦ ਕਰਦੇ ਨੇ ਉਹਨਾਂ ਨੂੰ ਹਲੇ ਧਰਮ ਬਾਰੇ ਗਿਆਨ ਹੀ ਨਹੀਂ ਹੁੰਦਾ। ਉਹ ਅਸੀਂ ਜਿਹੜੇ ਧਰਮ ਵੀ ਮੰਨੇ ਬੈਠੇ ਹਾਂ ਆਪਦੇ ਆਪ ਨੂੰ, ਉਹ ਤਾਂ ਸਾਰੇ ਧਰਮ ਕਰਮ ਸਰੀਰ ਕਰਕੇ ਹੀ ਨੇ। ਆਤਮ ਕਰਮ ਤਾਂ ਹਲੇ ਸ਼ੁਰੂ ਹੀ ਨਹੀਂ ਹੋਇਆ ਸਾਡਾ। ਆ ਤਰੀਬ ਦੁਨੀਆ ਨੂੰ ਤਾਂ ਅਸੀਂ ਗਏ ਹੀ ਨਹੀਂ। ਅੰਤਰਗਤ ਜਿਸ ਆਪ ਜਨਾਏ, ਅੰਤਰ ਅਤਰੀਬ ਦੁਨੀਆ, ਗਤੀ, ਵਿਕਾਸ, ਗਿਆਨ, ਉਹ ਤਾਂ ਹਲੇ ਜਾਣਿਆ ਹੀ ਨਹੀਂ ਅਸੀਂ। ਉਹ ਤਾਂ ਗੁਰੂ ਨੂੰ ਮਿਲ ਕੇ ਹੀ ਸਾਨੂੰ ਸਮਝ ਪੈਣੀ ਆ। ਆਓ ਸਾਰੇ ਮਿਲ ਕੇ ਆਪਾਂ ਗੁਰਬਾਣੀ ਨੂੰ ਵਿਚਾਰੀਏ, ਸਾਡਾ ਸੰਸਾਰ 'ਤੇ ਆਉਣਾ ਸਫਲ ਹੋਏ। ਗੁਰੂ ਭਗਤਾਂ ਦੇ ਦਰਸਾਏ ਰਾਹ ਅਨੁਸਾਰ ਅਸੀਂ ਚੱਲੀਏ ਅਤੇ ਕਾਲ ਤੋਂ ਮੁਕਤ ਹੋ ਕੇ ਆਪਦੇ ਘਰ ਪਹੁੰਚੀਏ। ਆਪਾਂ ਸਤਿਗੁਰਾਂ ਦੇ ਵਚਨ ਲੈਂਦੇ ਹਾਂ। ਸੋਰਠ ਮਹੱਲਾ ਪੰਜਵਾਂ। ਹਿਰਦੇ ਨਾਮ ਵਸਾਏ, ਘਰ ਬੈਠੇ ਗੁਰੂ ਤੇ ਆਏ। ਗੁਰੂ ਕੌਣ ਹੈ ਅਤੇ ਗੁਰ ਕੀ ਹੈ ਅਤੇ ਗੁਰੂ ਕੀ ਹੈ? ਆਪਾਂ ਦਸਮ ਪਾਤਸ਼ਾਹ ਚੌਪਈ ਸਾਹਿਬ ਦੇ ਸਤਿਗੁਰਾਂ ਦੇ ਵਚਨ ਲੈ ਲੈਂਦੇ ਹਾਂ। ਆਦ ਅੰਤ ਇੱਕੇ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਕੌਣ ਆ ਫਿਰ ਭਾਈਓ? ਉਹੀ ਤਾਂ ਕੁਦਰਤ ਆ, ਉਹੀ ਤਾਂ ਹੁਕਮ ਆ, ਉਹੀ ਤਾਂ ਸਿਰਜਣਹਾਰ ਹੈ, ਉਹੀ ਤਾਂ ਸੁੱਖਾਂ ਦਾ ਦਾਤਾ ਹੈ। ਆਤਮਾ ਜਿਹੜੀ ਹੈਗੀ ਹੈ, ਪ੍ਰਾਤਮਾ ਦੇ ਮੂਲ ਨੂੰ ਵਿਛੜ ਗਈ ਹੈ। ਹੁਣ ਇਹਦੀ ਖਵਾਰੀ ਸ਼ੁਰੂ ਹੋਈ ਹੈ। ਹਰ ਵਿਸਰਤ ਤੇਰੇ ਗੁਣ ਗਲਿਆ। ਹਰ ਵਿਸਰ ਗਿਆ ਸਾਤੋਂ, ਜਿਹੜੇ ਇਹਦੇ ਗੁਣ ਸੀਗੇ ਉਹ ਗਲ ਗਏ। ਹੁਣ ਗੁਣਾਂ ਦੀ ਪ੍ਰਾਪਤੀ ਕਰਨ ਆਈ ਹੈ। ਗੁਣ ਵਿਚਾਰੇ ਗਿਆਨੀ ਸੋਏ, ਗੁਣ ਮੇ ਗਿਆਨ ਪ੍ਰਾਪਤ ਹੋਏ। ਜਦੋਂ ਅਸੀਂ ਬਾਣੀ ਨੂੰ ਵਿਚਾਰਦੇ ਹਾਂ ਚ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ। ਅਸੀਂ ਗੁਣਾਂ ਕਰਕੇ ਵੱਡਾ ਹੋਣਾ ਹੈ, ਹੰਕਾਰ ਕਰਕੇ ਨਹੀਂ, ਸਰੀਰ ਕਰਕੇ ਨਹੀਂ, ਸਰੀਰ ਵੱਲ ਕਰਕੇ ਨਹੀਂ, ਰਾਜ ਕਰਕੇ ਨਹੀਂ। ਇਹ ਤਾਂ ਸਾਰਾ ਕੁਛ ਹੀ ਉਹਦਾ ਵਾ। ਇਹ ਭਗਤ ਕਬੀਰ ਜੀ ਦਾ ਆਪਾਂ ਸਲੋਕ ਲੈ ਲੈਂਦੇ ਹਾਂ। ਹਰ ਸਮਾਨ ਨਹੀਂ ਕੋ ਰਾਜਾ, ਉਹਦੇ ਵਰਗਾ ਕੋਈ ਰਾਜਾ ਨਹੀਂ ਹੈ, ਉਹ ਇੱਕ ਹੀ ਰਾਜਾ ਵਾ। ਇਹ ਰਾਜੇ ਭੂਪਤ 4 ਦਿਵਸ ਕੇ ਜਿਹੜੇ ਅਸੀਂ ਸੰਸਾਰੀ ਰਾਜ ਕਾਇਮ ਕਰ ਲੈਂਦੇ, ਇਹ ਤਾਂ ਉਹਦਾ ਖੇਲ ਹੈ, 4 ਦਿਨ ਦਾ ਖੇਲ ਹੈ ਸਾਰਾ। ਇਹ ਸਾਨੂੰ ਛੱਡਣਾ ਪੈਂਦਾ ਵਾ। ਇੱਕ ਹੀ ਰਾਜਾ ਵਾ, ਦੂਜਾ ਤਾਂ ਰਾਜਾ ਹੈ ਹੀ ਨਹੀਂ। ਉਹੀ ਸਤਿਗੁਰ ਸਮਝਾਉਂਦੇ ਨੇ, ਸਭ ਸੁਖ ਦਾਤਾ ਰਾਮ ਹੈ, ਦੂਸਰ ਨਾ ਹੈ ਕੋਈ, ਦੂਆ ਤਾਂ ਹੈ ਹੀ ਨਹੀਂ। ਕਿਵੇਂ ਉਹ ਰਾਮ ਨਾਲ ਸਾਡਾ ਧਿਆਨ ਲੱਗੇ, ਉਹ ਸਤਿਗੁਰ ਸਮਝਾ ਰਹੇ ਨੇ ਪੰਚਮ ਪਾਤਸ਼ਾਹ। ਹਿਰਦੇ ਨਾਮ ਵਸਾਏ, ਘਰ ਬੈਠੇ ਗੁਰੂ ਤੇ ਆਏ। ਘਰ ਬੈਠੇ ਤੋਂ ਭਾਵ ਹੈ ਜਦੋਂ ਗਿਆਨ ਕਾ ਵੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋ। ਗੁਰ ਸ਼ਬਦ ਤੋਂ ਬਿਨਾਂ ਗਿਆਨ ਨਹੀਂ ਹੋਣਾ, ਗਿਆਨ ਤੋਂ ਬਿਨਾਂ ਮਨ ਹੀ ਨਹੀਂ ਟਿਕਣਾ। ਕੁੰਭੇ ਵੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ। ਜਲ ਤੋਂ ਬਿਨਾਂ ਘੜਾ ਨਹੀਂ ਬਣਦਾ, ਘੜੇ ਤੋਂ ਬਿਨਾਂ ਪਾਣੀ ਨਹੀਂ ਠਹਿਰਦਾ। ਇਵੇਂ ਮਨ ਗਿਆਨ ਤੋਂ ਬਿਨਾਂ ਨਹੀਂ ਟਿਕਦਾ ਹੈ। ਗਿਆਨ ਨਹੀਂ ਇਹਨੂੰ ਬਣ ਕੇ ਬਿਠਾਉਣਾ ਵਾ। ਥਿਰ ਕਰ ਵੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਜਦੋਂ ਮਨ ਥਿਰ ਹੋ ਜਾਂਦਾ ਹੈ, ਅੰਤਰਾਤਮਾ ਦੀ ਸਰਨ ਚੱਲਿਆ ਜਾਂਦਾ, ਜਿਹਨੂੰ ਬਾਣੀ ਵਿੱਚ ਸੰਤ ਵੀ ਕਿਹਾ ਹੈ, ਗੋਬਿੰਦ ਵੀ ਕਿਹਾ, ਵਾਸਦੇਵ ਵੀ, ਸਾਰੇ ਉਹਦੇ ਨਾਂ ਨੇ। ਮਨ ਤਾਂ ਝੂਠਾ ਵਾ, ਮਨ ਝੂਠਾ ਜੰਮ ਜੋਇਆ, ਇਹਦਾ ਕੀ ਨਾਂ ਵਾ? ਤਾਂ ਇੱਥੋਂ ਹੀ ਪੈਦਾ ਹੋਇਆ, ਇੱਥੇ ਹੀ ਇਹਨੇ ਰਹਿ ਜਾਣਾ ਵਾ। ਇੱਛਾ ਇੱਥੋਂ ਪੈਦਾ ਹੋਈਆਂ ਨੇ, ਇੱਛਾ ਰੂਪ ਮਨ ਹੈ, ਇੱਥੇ ਇਹਦੀ ਸਮਾਪਤੀ ਹੋ ਜਾਣੀ। ਜੇ ਉਹਦੀ ਕਿਰਪਾ ਰਹਿਮਤ ਇਹਨੇ ਲੈ ਲਈ ਤਾਂ ਕਾਲ ਤੋਂ ਛੁਟਕਾਰਾ ਹੋ ਜੂ, ਨਹੀਂ ਫਿਰ ਜੰਮਣ ਮਰਨ ਨੂੰ ਚਲਿਆ ਜਾਊਗਾ। ਘਰ ਬੈਠੇ ਗੁਰੂ ਤੇ ਆਏ। ਜਦੋਂ ਮਨ ਥਿਰ ਹੋ ਜਾਂਦਾ ਹੈ, ਫਿਰ ਗੁਰੂ ਨਾਲ, ਉਹ ਹੁਕਮ ਨਾਲ, ਜਿਹਨੂੰ ਬਾਣੀ ਵਿੱਚ ਨਾਮ ਕਰਕੇ ਵੀ ਕਿਹਾ ਹੈ। ਆਪਾਂ ਸਤਿਗੁਰਾਂ ਦੇ ਵਚਨ ਲੈ ਲੈਂਦੇ ਹਾਂ। ਸਾਧ ਸੰਗਤ ਕੈਸੇ ਜਾਣੀਏ, ਜਿੱਥੇ ਇੱਕੋ ਨਾਮ ਬਖਾਣੀਏ। ਇੱਕੋ ਨਾਮ ਹੁਕਮ ਹੈ, ਸਤਿਗੁਰ ਦੀਆ ਬੁਝਾਏ। ਸਾਧ ਸੰਗਤ ਅੰਤਰ ਆਤਮਾ ਦੀ ਆਵਾਜ਼ ਨਾਲ ਮਿਲ ਕੇ ਜਦੋਂ ਮਨ 'ਚ ਤਿੱਕ ਹੋ ਜਾਂਦੇ, ਅਸੀਂ ਮਨ ਨੂੰ ਸਾਧ ਲੈਂਦੇ ਹਾਂ, ਸਾਧ ਸੰਗਤ ਪ੍ਰਾਪਤ ਹੁੰਦੀ ਆ। ਉਹੀ ਤਾਂ ਸੱਚ ਬਾਰੇ ਸਮਝਾਉਂਦੇ ਨੇ, ਉਹੀ ਤਾਂ ਗੁਰਸਿੱਖ ਪੌੜੀ ਚੜ੍ਹਦੇ ਨੇ ਪਹਿਲਾਂ, ਫਿਰ ਸੰਗਤ ਨੂੰ ਸਮਝਾਉਂਦੇ ਨੇ। ਫਿਰ ਜਿਹੜਾ ਹੈਗਾ ਵਾ ਨਾਮ ਨਾਲ ਧਿਆਨ ਲੱਗਦਾ ਹੈ, ਨਾਮ ਦੀ ਸਮਝ ਆਉਂਦੀ ਹੈ। ਉਹ ਹੁਕਮ ਦੀ, ਕੁਦਰਤ ਦੀ ਕਿਵੇਂ ਸ੍ਰਿਸ਼ਟੀ ਸਾਜਦਾ, ਕਿਵੇਂ ਅਸੀਂ ਉਹਦੇ ਵਿੱਚ ਸਮਾਉਣਾ। ਫਿਰ ਉਹਦੀ ਕਿਰਪਾ ਰਹਿਮਤ ਹੁੰਦੀ ਹੈ, ਜੀਵ ਗਿਆਨ ਲੈ ਕੇ ਫਿਰ ਉਹ ਸਮਾਉਂਦਾ। ਉਹਨੂੰ ਨਾਮ ਕਿਹਾ ਹੈ ਬਾਣੀ। ਨਾਮੇ ਹੀ ਉਤਪਤ, ਨਾਮੇ ਹੀ ਪਰਲੋ। ਪਰ ਅਸੀਂ ਸੰਸਾਰ 'ਚ ਵੱਡਾ ਵੰਡ ਦੀ ਬਜਾਏ ਅਸੀਂ ਆਪਦਾ ਜੀਵਨ ਖਰਾਬ ਕਰ ਲੈਂਦੇ ਹਾਂ। ਕਿਸ ਕਾਰਨ ਤੁਮ ਜਗ ਆਏ ਭਾਈ। ਜਿਹੜਾ ਅਸੀਂ ਕੰਮ ਕਰਨ ਆਏ ਹਾਂ ਉਹ ਭੁੱਲ ਜਾਂਦੇ ਹਾਂ। ਸਾਰਿਆਂ ਦੇ ਅੰਦਰ ਵੱਡਾ ਵੰਡ ਦੀ ਲੱਗੀ ਹੋਈ ਹੈ। ਸਾਰਾ ਹੀ ਸੰਸਾਰ ਵੱਡਾ ਬਣਨਾ ਚਾਹੁੰਦਾ ਹੈ, ਕੋਈ ਵੀ ਨੀਵਾਂ ਨਹੀਂ ਹੋਣਾ ਚਾਹੁੰਦਾ। ਬਾਣੀ ਤਾਂ ਕਹਿੰਦੀ ਹੈ ਨੀਵੇਂ ਸੋ ਗੌਰਾ ਹੋਏ। ਵੱਡਾ ਤਾਂ ਹੋਊ ਪਰ ਗੁਣਾ ਕਰਕੇ ਹੋਊਗਾ। ਅਸੀਂ ਔਗਣਾ ਨਾਲ ਵੱਡਾ ਬਣਨਾ ਚਾਹੁੰਦੇ ਹਾਂ।
ਉਹੀ ਸਤਿਗੁਰੂ ਸਮਝਾਉਂਦੇ ਨੇ, ਜਦੋਂ ਮਨ ਬੁੱਧੀ ਇੱਕ ਹੋ ਜਾਂਦੇ ਨੇ ਫਿਰ ਗੁਰੂ ਉਹ ਹੁਕਮ ਨਾਲ ਧਿਆਨ ਲੱਗਦਾ। ਉਹੀ ਤਾਂ ਨਾਮ ਦੀ ਪ੍ਰਾਪਤੀ ਹੈ ਭਾਈ। ਪਹਿਲਾਂ ਗੁਰੂ ਸ਼ਬਦ 'ਚੋਂ ਸਾਨੂੰ ਗਿਆਨ ਪੈਦਾ ਹੋਣਾ, ਫਿਰ ਉਹਦੀ ਕਿਰਪਾ ਰਹਿਮਤ ਹੋਣੀ ਹੈ ਸਾਡੇ 'ਤੇ। ਆਓ ਸਾਰੇ ਮਿਲ ਕੇ ਉਹੀ ਵਿਚਾਰੀਏ। ਗੁਰ ਪੂਰੇ ਸਚ ਕਹਿਆ, ਸੋ ਸੁਖ ਸਾਚਾ ਲਿਹਾ। ਬਾਣੀ ਗੁਰ ਉਪਦੇਸ਼ ਹੈ, ਆਤਮ ਉਪਦੇਸ਼ ਕਹਿ ਲਓ। 10 ਪਾਤਸ਼ਾਹ ਦੇ ਆਪਾਂ ਬਚਨ ਲੈ ਲੈਣੇ। ਗਿਆਨ ਗੁਰੂ ਆਤਮ ਉਪਦੇਸੋ, ਨਾਮ ਭਬੂਤ ਲਗਾਓ। ਮਨ ਨੂੰ ਹੀ ਉਪਦੇਸ਼ ਹੈ ਬਾਣੀ। ਮਨ ਦੀ ਜਿਹੜੀ ਮਲੀਨਤਾ ਵਾ, ਗੁਰ ਸ਼ਬਦ ਦੇ ਗਿਆਨ ਤੋਂ ਬਿਨਾਂ ਜਾਣੇ ਹੀ ਨਹੀਂ। ਜਦ ਤੱਕ ਸ਼ੁੱਧ ਨਹੀਂ ਹੁੰਦਾ, ਸ਼ੁੱਧ ਆਤਮਾ ਹੀ ਪਰਾਤਮਾ 'ਚ ਲੀਨ ਹੋ ਸਕਦੀ ਹੈ। ਜਨਮ ਜਨਮ ਕਾ ਵਿਛੜਿਆ ਹੈ ਮਨ, ਕਾਲਾ ਹੁਆ ਸਿਆਹੂ, ਖੰਡਲੀ ਧੋਤੇ ਉਜਲ ਨਾ ਹੋਵੇ, ਜੇ ਸੋ ਤੋ ਬਣ ਪਾਓ। ਇਹਦੇ ਅੰਦਰ ਇੰਨਾ ਹਨੇਰਾ ਪੈਦਾ ਹੋ ਗਿਆ, ਇੰਨਾ ਮਲੀਨ ਹੋ ਗਿਆ। ਗੁਰਬਾਣੀ ਇਸ ਜਗ ਮੇਂ ਚਾਨਣ, ਕਰਮ ਪ੍ਰਾਪਤ ਕਰਮ ਵਸੇ ਮਨ ਆਏ। ਕਿਰਪਾ ਨਾਲ ਮਨ 'ਚ ਵਸਣੀ ਹੈ ਇਹ। ਇਹੀ ਕਿਰਪਾ ਤਾਂ ਆਪਾਂ ਲੈਣੀ ਆ। ਹੁਣ ਸਾਡੇ ਅੰਦਰ ਕੀ ਹੈ? ਹਨੇਰਾ, ਭਰਮ ਹੀ ਹਨੇਰਾ। ਇੱਛਾ ਸਾਡੇ ਅੰਦਰ ਹਨੇਰਾ ਕਰਕੇ ਰੱਖਦੀਆਂ ਨੇ। ਜੇ ਸਾਡੀ ਇੱਛਾ ਅਨੁਸਾਰ ਜੀਵਨ ਚੱਲਦਾ ਹੋਵੇ ਤਾਂ ਫਿਰ ਹੁਕਮ ਦੀ ਤਾਂ ਲੋੜ ਹੀ ਨਹੀਂ ਹੈਗੀ। ਅਸੀਂ ਕੋਈ ਵੀ ਇੱਛਾ ਕਰਾਂਗੇ ਪੂਰੀ ਹੋ ਜਾ ਕਰੂਗੀ। ਨਹੀਂ, ਇਹੀ ਤਾਂ ਬਾਣੀ ਸਮਝਾਉਂਦੀ ਹੈ ਵੀ ਜੇ ਮੰਗੇ ਮਿਲਦਾ ਭਾਈ, ਫਿਰ ਕੰਮ ਕਰਨ ਦੀ ਕੀ ਲੋੜ ਹੈ। ਆਓ ਸਾਰੇ ਮਿਲ ਕੇ ਇਹਨੂੰ ਸਮਝੀਏ, ਵਿਚਾਰੀਏ। ਸਾਡਾ ਸੰਸਾਰ 'ਤੇ ਆਉਣਾ ਸਫਲ ਹੋਏ, ਗੁਰੂ ਭਗਤਾਂ ਦੇ ਦਰਸਾਏ ਰਾਹ ਤਾਂ ਆਪਾਂ ਚੱਲੀਏ ਅਤੇ ਕਾਲ ਤੋਂ ਮੁਕਤ ਹੋ ਕੇ ਆਪਦੇ ਘਰ ਪਹੁੰਚੀਏ। ਗੁਰ ਪੂਰੇ ਸੱਚ ਕਿਹਾ, ਸੋ ਸੁਖ ਸਾਚਾ ਲਿਆ। ਜੋ ਸੱਚ ਦਾ ਗਿਆਨ ਇਹਨੂੰ ਹੋ ਜਾਂਦਾ ਹੈ ਤਾਂ ਇਹ ਕਾਲ ਤੋਂ ਮੁਕਤ ਹੋ ਕੇ ਆਪਦਾ 10ਵੇਂ ਦਵਾਰ ਦੇਵਲੋਕ ਚਲਿਆ ਜਾਂਦਾ ਹੈ। ਉੱਥੇ ਫਿਰ ਜਿਹੜੀ ਹੈਗੀ ਹੈ ਨਾਮ ਦੀ ਭਗਤੀ ਸ਼ੁਰੂ ਹੁੰਦੀ ਹੈ। ਅੱਗੇ ਸਤਿਗੁਰ ਕੀ ਸਮਝਾਉਂਦੇ? ਆਪਣਾ ਹੋਇਓ ਗੁਰ ਮਿਹਰਬਾਨਾ, ਆਨੰਦ ਸੁਖ ਕਲਿਆਣ ਮੰਗਲ, ਸਿਉ ਕਰ ਆਏ ਕਰ ਇਸ਼ਨਾਨਾ। ਜਦੋਂ ਗੁਰ ਮਿਹਰਬਾਨ ਹੁੰਦਾ ਹੈ, ਉਹਦੀ ਕਿਰਪਾ ਰਹਿਮਤ ਹੁੰਦੀ ਹੈ ਕੁਦਰਤ ਦੀ, ਅਤੇ ਸਾਨੂੰ ਗੁਰ ਸ਼ਬਦ 'ਚੋਂ ਗਿਆਨ ਪੈਦਾ ਹੁੰਦਾ, ਸਾਡਾ ਮਨ ਟਿਕਣ ਲੱਗਦਾ। ਇਹੀ ਨਿਸ਼ਾਨੀ ਹੈ ਉਹਦੀ। ਪ੍ਰਭ ਦਇਆ ਤੇ ਮਤ ਉੱਤਮ ਹੋਵੇ। ਜਦੋਂ ਦਇਆ ਕਰਦਾ ਹੈ ਅਤੇ ਸਾਡੀ ਬੁੱਧੀ ਦਾ ਵਿਕਾਸ ਸ਼ੁਰੂ ਹੋ ਜਾਂਦਾ, ਸਾਡੀ ਗਤੀ ਹੋ ਜਾਂਦੀ ਹੈ। ਇਹੀ ਗਤੀ ਹੈ। ਆਤਮਾ ਨੇ ਪ੍ਰਾਤਮਾ ਵਿੱਚ ਲੈ ਹੋਣਾ ਹੈ। ਜਦ ਤੱਕ ਆਤਮਾ ਪ੍ਰਾਤਮਾ 'ਚ ਲੈ ਨਹੀਂ ਹੁੰਦੀ, ਇਹਨੂੰ ਕਾਲ ਨਹੀਂ ਛੱਡਦਾ ਹੈਗਾ। ਇਹ ਹਰ ਕਥਾ ਵਾ, ਇਹਨੂੰ ਵਿਚਾਰਦੇ ਗੁਰਸਿੱਖ ਸੰਗਤ ਜੋ ਵੀ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲੂਗੀ, ਉਹਨਾਂ ਨੂੰ ਪ੍ਰਾਪਤੀ ਹੋਊਗੀ, ਉਹਨਾਂ ਦੀ ਗਤੀ ਹੋਊਗੀ, ਆਪਦੇ ਘਰ ਪਹੁੰਚਣਗੇ। ਉਹੀ ਸਤਿਗੁਰੂ ਸਮਝਾਉਂਦੇ ਨੇ, ਆਪਣੋ ਹੋਇਓ ਗੁਰ ਮਿਹਰਬਾਨਾ, ਆਨੰਦ ਸੁਖ ਕਲਿਆਣ ਮੰਗਲ, ਸਿਉ ਕਰ ਆਏ ਕਰ ਇਸ਼ਨਾਨਾ। ਆਪਦੇ ਘਰ ਚਲਿਆ ਜਾਂਦਾ ਹੈ। ਆਤਮਾ ਪ੍ਰਾਤਮਾ 'ਚ ਲੈ ਹੋ ਜਾਂਦੀ ਹੈ। ਉਹੀ ਇਹਦਾ ਘਰ ਹੈ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਪਏ ਅਰੋਗਾ। ਰੋਗ ਮਨ ਨੂੰ ਨੇ, ਅਸੀਂ ਸਰੀਰ ਧੋਈ ਜਾਂਦੇ ਹਾਂ ਭਾਈ। ਮਨ ਦੇ ਰੋਗ ਤਾਂ ਗੁਰ ਸ਼ਬਦ ਦੇ ਗਿਆਨ ਤੋਂ ਲੈਣੇ ਨੇ। ਇਹਨੂੰ ਰੋਗ ਕਾਹਦਾ ਵਾ? ਇਹਨੂੰ 3 ਤਾਪ ਨੇ। ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖਰਾਸ, ਤਾਂ ਕੋ ਵਿਗੜਨਾ ਕੋ ਲਾਗੇ, ਜਾ ਕੀ ਪ੍ਰਭ ਆਗੇ ਅਰਦਾਸ। ਕਿਵੇਂ ਅਰਦਾਸ ਕਰੋਗੇ? ਕਿਹਦੇ ਅੱਗੇ ਅਰਦਾਸ ਕਰੋਗੇ? ਸਾਡੀਆਂ ਤਾਂ ਅਰਦਾਸਾਂ ਹੀ ਮਾਇਆ ਦੀਆਂ। ਇਹ 3 ਤਾਪ ਲਾਉਣੇ ਸੀਗੇ, ਆਦ ਵਿਆਦ ਉਪਾਦ, ਪਰ ਇਹ ਤਾਂ ਮੰਨਦਾ ਹੀ ਨਹੀਂ ਹੈਗਾ ਮੈਂ ਬਿਮਾਰ ਹਾਂ। ਇਹ ਸਾਰੀ ਸ੍ਰਿਸ਼ਟੀ ਜੋ ਤੁਸੀਂ ਦੇਖ ਰਹੇ ਹੋ, ਇਹਦਾ ਇਲਾਜ ਹੋ ਰਿਹਾ ਹੈ। ਇਹ ਬਿਮਾਰ ਹੈ ਸਾਰੀ। ਗੁਰਬਾਣੀ ਅਨੁਸਾਰ 3 ਤਾਪ ਦੱਸੇ ਸਤਿਗੁਰਾਂ ਨੇ। ਇਹਦਾ ਇਲਾਜ ਹੋਣਾ ਹੈ। ਬਹੁਤ ਵੱਡਾ ਇੱਕ ਹਸਪਤਾਲ ਗਿਣ ਲਓ ਇਹਨੂੰ। ਇਹ ਗੁਰੂ ਦੀ ਕਿਰਪਾ ਤੋਂ ਬਿਨਾਂ ਦਾ ਇਲਾਜ ਨਹੀਂ ਹੋਣਾ। ਸਰਬ ਰੋਗ ਕਾ ਔਖਦ ਨਾਮ। ਜਿਹੜੀਆਂ ਬਿਮਾਰੀਆਂ ਨੇ ਇਹਦੀਆਂ ਸਾਰੀਆਂ ਹੁਣ ਕੱਟੀਆਂ ਜਾਣੀਆਂ ਮਨੁੱਖਾਂ ਦੇ ਹੀ ਜਾ ਕੇ। ਪਰ ਅਸੀਂ ਜੇ ਗੁਰੂ ਉਪਦੇਸ਼ ਦੀ ਕਮਾਈ ਕਰਾਂਗੇ, ਗੁਰੂ ਭਗਤਾਂ ਦੇ ਅਨੁਸਾਰ ਚੱਲਾਂਗੇ। ਉਹੀ ਸਤਿਗੁਰੂ ਸਮਝਾਉਂਦੇ ਨੇ, ਆਪਣੋ ਹੋਇਓ ਗੁਰ ਮਿਹਰਬਾਨਾ, ਆਨੰਦ ਸੁਖ ਕਲਿਆਣ ਮੰਗਲ, ਸਿਉ ਘਰ ਆਏ ਕਰ ਇਸ਼ਨਾਨਾ। ਆਤਮਾ ਪ੍ਰਾਤਮਾ ਆਪਦੇ ਘਰ 'ਚ ਪਹੁੰਚ ਜਾਂਦੀ ਹੈ। ਉਹ ਹਰ ਦਾ ਦਰਸ਼ਨ ਕਰ ਲੈਂਦੀ ਹੈ। ਕਿਉਂਕਿ ਗੁਰ ਸ਼ਬਦ ਨੂੰ ਜਿਹੜੇ ਵਿਚਾਰਦੇ ਰਹਿੰਦੇ ਨੇ, ਉਹ ਅਮਰ ਹੋ ਜਾਂਦੇ ਨੇ। ਇਹ ਅਕਥ ਕਥਾ ਅਮਰਾਂਪੁਰੀ ਕੀਗੀ, ਜਿਸ ਦੇ ਸੋ ਪਾਵੇ। ਐਸੀ ਕਥਾ ਵਾ, ਕੋਈ ਵੀ ਆਤਮਾ ਇਹਨੂੰ ਸੁਣੂਗੀ। 4 ਵਰਨਾ ਕੋ ਉਪਦੇਸ਼ ਸਾਂਝਾ, ਜੋ ਜੋ ਜਪੇ ਤਿਸ ਕੀ ਗਤ ਹੋਏ। ਉਹ ਆਤਮਾ ਅਮਰ ਹੋ ਜਾਊਗੀ। ਉਹੀ ਸਤਿਗੁਰੂ ਸਮਝਾਉਂਦੇ ਨੇ, ਸਭ ਸੁਖ ਦਾਤਾ ਰਾਮ ਹੈ, ਦੂਸਰ ਨਾਹੀਂ ਕੋਏ। ਸਤਿਗੁਰੂ ਸਮਝਾਉਂਦੇ ਨੇ, ਜੇ ਸੁੱਖਾਂ ਦੀ ਪ੍ਰਾਪਤੀ ਕਰਨੀ ਆ ਭਾਈ, ਆਓ ਗੁਰੂ ਦੀ ਸ਼ਰਨ ਚੱਲੀਏ। ਆਪਾਂ ਸੰਸਾਰ ਤੋਂ ਆਪਣਾ ਖਹਿੜਾ ਛੁੱਟ ਜਾਵੇ। ਰਹਾਉ ਸਾਚੀ ਗੁਰ ਵਡਿਆਈ, ਤਾਂ ਕੀ ਕੀਮਤ ਕਹਿਣ ਨਾ ਜਾਈ।
ਸੱਚ ਦੇ ਗਿਆਨ ਤੋਂ ਬਿਨਾਂ ਅਸੀਂ ਗੁਰ ਦੀ ਵਡਿਆਈ ਨਹੀਂ ਕਰ ਸਕਦੇ। ਅਸੀਂ ਆਪਦੀ ਵਡਿਆਈ ਕਰਾਉਂਦੇ ਹਾਂ। ਸਾਡੇ ਸੰਸਾਰ ਤੋਂ ਸਾਡਾ ਸੰਸਕਾਰ ਹੀ ਨਹੀਂ ਹੋਇਆ, ਸੰਸਾਰ ਤੋਂ ਸਾਡਾ ਖਹਿੜੇ ਨਹੀਂ ਸੁੱਟਿਆ। ਅਸੀਂ ਸਰੀਰ ਕਰਕੇ ਤਾਂ ਪੂਰਨ ਮੰਨਦੇ ਹਾਂ ਆਪਦੇ ਆਪ ਨੂੰ। ਕਾਲ ਨੇ ਤਾਂ ਸਾਨੂੰ ਛੱਡਿਆ ਨਹੀਂ। ਸਗਲ ਕਾਲ ਕਾ ਕੀਆ ਤਮਾਸਾ, ਚੌਪਈ ਸਾਹਿਬ ਸਤਿਗੁਰਾਂ ਦੀ ਵਚਨ। ਇਹ ਤਮਾਸਾ ਹੈ ਕਾਲ ਦਾ ਭਾਈ। ਇੱਥੋਂ ਤਾਂ ਪਹਿਲਾਂ ਖਹਿੜਾ ਛੁਡਾਈਏ ਆਪਾਂ। ਅਸਥਰ ਭਗਤ ਸਾਧ ਕੀ ਸਰਨ, ਅੰਤਰ ਜਿਹੜੀ ਆਤਮਾ ਦੀ ਆਵਾਜ਼ ਹੈ ਉਹੀ ਤਾਂ ਸਾਨੂੰ ਬੁਲਾ ਰਹੀ ਹੈ। ਸੱਦਣ ਹਾਰਾ ਸਿਮਰੀਏ ਨਾਨਕ ਸੇਧ ਹੈ। ਦਿਨ ਤਾਂ ਭੱਜੇ ਆਉਂਦੇ ਨੇ, ਸਾਨੂੰ ਅੰਦਰੋਂ ਆਵਾਜ਼ ਆ ਰਹੀ ਹੈ, ਤੇਰਾ ਸਮਾਂ ਆ ਗਿਆ। ਦੇਖ ਫਰੀਦਾ ਜੇ ਥੀਆ, ਦਾੜੀ ਹੋਈ ਭੂਰ, ਅੱਗੋਂ ਨੇੜਾ ਆਇਆ ਪਿੱਛਾ ਰਿਹਾ ਦੂਰ। ਮਨਾ ਕੀ ਕਰੀ ਜਾਂਦਾ, ਸਮਾਂ ਤਾਂ ਭੱਜਿਆ ਜਾ ਰਿਹਾ। ਔਦ ਘਟੇ ਦਿਨ ਸਰਨ ਆਰੇ, ਮਨ ਮਿਲ ਗੁਰ ਕਾਜ ਸਵਾਰੇ। ਗੁਰ ਗਿਆਨ ਲੈ ਕੇ ਅਸੀਂ ਆਪਦਾ ਕਾਜ ਸਵਾਰਨਾ। ਅਬਰ ਕਾਜ ਤੇਰੇ ਕਿਤੇ ਨਾ ਕਾਮ, ਬਿਲ ਸਾਧ ਸੰਗਤ ਭਜ ਕੇਵਲ ਨਾਮ। ਕੇਵਲ ਨਾਮ ਦੀ ਪ੍ਰਾਪਤੀ ਖਾਤਰ ਸਾਨੂੰ ਇਹ ਦੇਹੀ ਮਿਲੀ ਹੈ। ਸਾਧ ਸੰਗਤ ਤੋਂ ਭਾਵ ਹੈ ਜਦੋਂ ਮਨ ਨੂੰ ਸਾਧ ਲੈਂਦੇ ਹਾਂ ਅਸੀਂ, ਅੰਤਰਾਤਮਾ ਦੀ ਆਵਾਜ਼ ਨਾਲ ਸਾਡਾ ਰਾਬਤਾ ਹੋ ਜਾਂਦਾ ਹੈ। ਆਤਮਾ ਪ੍ਰਾਤਮਾ ਇੱਕ ਹੋ ਜਾਂਦੀ ਹੈ, ਦੁਵਿਧਾ ਖਤਮ ਹੋ ਜਾਂਦੀ ਹੈ, ਸੰਸਾਰ 'ਚ ਇਹਦਾ ਖਹਿੜਾ ਸੁੱਟ ਜਾਂਦਾ। ਉਸ ਅਵਸਥਾ ਨੂੰ ਸਾਧ ਸੰਗਤ ਕਿਹਾ ਹੈ। ਉਹ ਵੱਡੇ ਭਾਗਾਂ ਨਾਲ ਪ੍ਰਾਪਤ ਹੁੰਦੀ ਹੈ, ਉਹੀ ਅਸੀਂ ਪ੍ਰਾਪਤ ਕਰਨੀ ਹੈ। ਉਹੀ ਸਤਿਗੁਰੂ ਸਮਝਾਉਂਦੇ ਨੇ। ਤਾਂ ਕਿ ਕੀਮਤ ਕਹਿਣ ਨਾ ਜਾਈ। ਬਾਣੀ ਸਾਨੂੰ ਸਿੱਧੇ ਤੌਰ 'ਤੇ ਨਹੀਂ ਸਮਝਾਈ ਜਾਂਦੀ, ਨਾ ਸਮਝ ਆਉਂਦੀ ਹੈ, ਨਾ ਅਸੀਂ ਕਿਸੇ ਨੂੰ ਸਮਝਾ ਸਕਦੇ ਹਾਂ। ਪ੍ਰਮਾਣ ਦੇ ਦੇ ਕੇ ਸੰਸਾਰੀ ਮਾਇਆ ਦੇ ਉਹ ਨਿਰਾਕਾਰ ਦੁਨੀਆ ਨੂੰ ਸਮਝਾਇਆ ਗਿਆ। ਗੁਰੂ ਭਗਤਾਂ ਨੇ ਬਹੁਤ ਉਪਕਾਰ ਕੀਤਾ ਹੈ। ਜੇ ਅਸੀਂ ਫਿਰ ਵੀ ਨਾ ਸੁਣੀਏ ਤਾਂ ਇਦੋਂ ਵੱਡਾ ਅਭਾਗਾ ਕੋਈ ਨਹੀਂ ਸੰਸਾਰ ਦੇ ਵਿੱਚ। ਗੁਰੂ ਗ੍ਰੰਥ ਸਾਹਿਬ ਦੇ ਨੇੜੇ ਆ ਕੇ ਵੀ ਅਸੀਂ ਗੁਰ ਸ਼ਬਦ ਨੂੰ ਗ੍ਰਹਿਣ ਨਹੀਂ ਕੀਤਾ, ਭਾਣੇ ਅਨੁਸਾਰ ਨਹੀਂ ਚੱਲੇ, ਮਨ ਨੂੰ ਨਹੀਂ ਢਾਲਿਆ, ਫਿਰ ਇਦੋਂ ਵੱਡਾ ਅਭਾਗਾ ਕੋਈ ਨਹੀਂ ਹੈਗਾ। ਆਓ ਅੱਗੇ ਸਤਿਗੁਰ ਕੀ ਸਮਝਾਉਂਦੇ ਨੇ। ਸਿਰ ਸ਼ਾਹਾਂ ਪਾਤਸ਼ਾਹ, ਗੁਰ ਭੇਟਤ ਮਨ ਉਮਾਹਾ। ਸਤਿਗੁਰ ਸਮਝਾਉਂਦੇ ਜਿਹੜੇ ਸਿਰਸਾਹਾਂ ਦਾ ਪਾਤਸ਼ਾਹ ਹੈ, ਜਿਹਦੇ ਹੁਕਮ ਨਾਲ ਸ੍ਰਿਸ਼ਟੀ ਸਾਜੀ ਜਾਂਦੀ ਹੈ, ਉਪਜਦੀ ਹੈ, ਵਿੰਸਦੀ ਹੈ। ਜਦੋਂ ਸੱਚ ਦਾ ਗਿਆਨ ਸਾਨੂੰ ਹੋ ਜਾਂਦਾ, ਸਾਡੇ ਅੰਦਰ ਚਾਅ ਪੈਦਾ ਹੋ ਜਾਂਦਾ, ਉਹ ਪਾਤਸ਼ਾਹ ਦਾ ਦਰਸ਼ਨ ਹੋ ਜਾਂਦਾ। ਗੁਰ ਭੇਟਤ ਮਨ ਉਮਾ, ਗੁਰ ਗਿਆਨ ਨਾਲ ਮਨ ਦੇ ਵਿੱਚ ਚਾਅ ਪੈਦਾ ਹੋ ਜਾਂਦਾ। ਪਹਿਲਾਂ ਤਾਂ ਆਪ ਪ੍ਰਾਪਤੀ ਕਰਦੇ ਨੇ ਗੁਰਸਿੱਖ, ਫਿਰ ਦੂਏ ਨੂੰ ਸਮਝਾਉਂਦੇ ਨੇ। ਉਹੀ ਵਸਤ ਸਤਿਗੁਰਾਂ ਨੇ ਸਮਝਾਇਆ। ਆਪ ਜਪੇ ਅਵਰੇ ਨਾਮ ਜਪਾਵੇ। ਉਹੀ ਗੁਰਸਿੱਖ ਨੇ ਭਾਈ ਗੁਰੂ ਦੇ ਭਾਣੇ ਅਨੁਸਾਰ ਜਿਹੜੇ ਚੱਲਦੇ ਨੇ। ਪਹਿਲਾਂ ਆਪ ਸਮਝਦੇ ਨੇ, ਫਿਰ ਦੂਏ ਨੂੰ ਸਮਝਾਉਂਦੇ ਨੇ। ਸਗਲ ਪਰਾਸਤ ਲਾਥੇ, ਮਿਲ ਸਾਧ ਸੰਗਤ ਕੇ ਸਾਥੇ। ਉਹਨਾਂ ਦੀ ਆਤਮਾ ਪ੍ਰਾਤਮਾ ਇੱਕ ਹੋ ਜਾਂਦੀ ਹੈ। ਆਤਮਾ ਪ੍ਰਾਤਮਾ ਇੱਕੋ ਕਰੇ, ਅੰਤਰ ਕੀ ਦੁਵਿਧਾ ਅੰਤਰ ਮਰੇ। ਦੁਵਿਧਾ ਇਹ ਸੰਸਾਰ ਕਾਲ ਤੋਂ ਮੁਕਤ, ਦੁੱਖਾਂ ਤੋਂ ਮੁਕਤ। ਸਤਿਗੁਰਾਂ ਦੇ ਵਚਨ ਲੈ ਲੈਣੇ ਆਪਾਂ। ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਜਪਜੀ ਸਾਹਿਬ ਦੇ ਵਿੱਚ ਵਚਨ ਨੇ ਸਤਿਗੁਰਾਂ ਦੇ। ਦੁੱਖ ਸਾਗਰ ਚੋਂ ਕੱਢ ਕੇ ਉਹ ਆਤਮਾ ਨੂੰ ਸੁੱਖ ਸਾਗਰ ਪ੍ਰਵੇਸ਼ ਕਰ ਦਿੰਦੇ ਨੇ। ਉਸ ਗੁਰਸਿੱਖ ਆਪਦੇ ਘਰ ਪਹੁੰਚ ਜਾਂਦੇ ਨੇ। ਉਹੀ ਸਤਿਗੁਰ ਸਮਝਾਉਂਦੇ ਨੇ। ਸਗਲ ਪਰਾਸਤ ਲਾਤੇ, ਮਿਲ ਸਾਧ ਸੰਗਤ ਕੇ ਸਾਥੇ। ਸਾਡੀ ਮਨਬੁੱਧੀ ਦਾ ਵਿਸ਼ਾ ਨਹੀਂ, ਅਸੀਂ ਆਪਦੀ ਮਤ ਨਾਲ ਉੱਥੇ ਪਹੁੰਚ ਜਾਵਾਂਗੇ। ਪਾਰ ਅਪਾਰ ਪ੍ਰੀਤਮ ਗੁਰ ਸ਼ਬਦ ਲੰਘਾਵੇ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੇ ਹਰੇ। ਉਹ ਸੱਜਣ ਆਤਮਾ ਦਾ ਸੁਆਮੀ ਉਹਨੂੰ ਮਿਲ ਜਾਂਦਾ ਹੈ। ਉਹੀ ਨਾਮ ਦੇ ਜਸ ਕਰਦੇ ਨੇ ਜਿਨ੍ਹਾਂ ਦੀ ਆਤਮਾ ਜਾਗ ਜਾਂਦੀ ਹੈ। ਜਾਗ ਕੇ ਮਿਲਿਆ ਜਾਊ ਕਿਸੇ ਨੂੰ ਭਾਈ। ਹੁਣ ਅਸੀਂ ਸੁੱਤੇ ਪਏ ਹਾਂ। ਤਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਬਿਆਣੀ। ਗੁਰ ਕਿਰਪਾ ਤੇ ਸੇ ਜਨ ਜਾਗੇ, ਬੋਲੇ ਅੰਮ੍ਰਿਤ ਬਾਣੀ। ਜਿਹੜੀਆਂ ਆਤਮਾ ਜਾਗ ਜਾਂਦੀਆਂ ਨੇ ਉਹ ਗੁਰੂ ਦਾ ਜਸ ਕਰਦੀਆਂ ਨੇ ਭਾਈ। ਨਹੀਂ ਸੰਸਾਰ ਤਾਂ ਭਰਮ ਦੇ ਵਿੱਚ ਸੁੱਤਾ ਪਿਆ। ਸਾਰੇ ਅਸੀਂ ਜਿੰਨੇ ਵੀ ਡਿਗਰੀਆਂ ਸਾਰੀਆਂ ਪ੍ਰਾਪਤ ਕਰ ਲੈਂਦੇ, ਗੁਰੂ ਵਾਲੇ ਵੀ ਬਣ ਜਾਂਦੇ ਹਾਂ, ਅਸੀਂ ਵਿਦਵਾਨ ਵੀ, ਸੰਤ ਵੀ, ਸਾਰੀਆਂ ਡਿਗਰੀਆਂ ਪ੍ਰਾਪਤ ਕਰ ਲੈਂਦੇ ਉੱਚੀ ਉੱਚੀਆਂ। ਪਰ ਗੁਰਮਤਿ ਅਨੁਸਾਰ ਤਾਂ ਅਸੀਂ ਸੁੱਤੇ ਪਏ ਹਾਂ। ਭਗਤ ਕਬੀਰ ਜੀ ਕੀ ਸਮਝਾਉਂਦੇ ਨੇ। ਕਹੋ ਕਬੀਰ ਤਬ ਹੀ ਨਰ ਜਾਗੇ, ਜਮ ਜਮ ਕਾ ਡੰਡ ਮੂੰਡ ਮੈਂ ਲਾਗੇ। ਫਿਰ ਜਾਗਦਾ ਹੈ ਜੀਵ ਜਦੋਂ ਜਾਮੇ ਨੂੰ ਕੱਢ ਕੇ ਸਰੀਰ ਦੂਏ 'ਚ ਪਾਉਂਦੇ ਨੇ। ਫਿਰ ਕੀ ਜਾਗੇ ਦਾ ਫਾਇਦਾ। ਗੁਣ ਨਿਦਾਨ ਹਰ ਨਾਮਾ, ਜਪ ਪੂਰਨ ਹੋਏ ਕੰਮ। ਗੁਣਾਂ ਦਾ ਖਜ਼ਾਨਾ ਭਾਈ ਹਰਨਾਮ ਦਾ ਉਹ ਗੁਰਸਿੱਖਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਸੰਸਾਰ 'ਤੇ ਆਉਣਾ ਉਹਨਾਂ ਦਾ ਸਫਲ ਹੋ ਜਾਂਦਾ। ਜਪ ਪੂਰਨ ਹੋਏ ਕੰਮ ਸਮਝ ਲੈਂਦੇ ਨੇ। ਸਮਝਣ ਤੋਂ ਬਾਅਦ ਜਿਹੜਾ ਸਾਡਾ ਧਿਆਨ ਲੱਗਦਾ ਹੈ, ਸਮਝ ਤੋਂ ਬਾਅਦ ਹੀ ਸਾਡਾ ਇਹ ਜਿਹੜਾ ਸੰਸਾਰ ਆ ਇੱਥੋਂ ਛੁਟਕਾਰਾ ਹੋ ਜਾਂਦਾ ਹੈ। ਬਾਣੀ ਇੱਕ ਸਮਝ ਹੈ। ਕਿੰਨੀ ਕਿਸੇ ਨੂੰ ਸਮਝ ਆਈ ਹੈ, ਉਹੀ ਤਾਂ ਉਹਦੀ ਕਿਰਪਾ ਰਹਿਮਤ ਲੈਣੀ ਆ। ਅਸੀਂ ਇੱਕਦਮ ਨਹੀਂ ਸਮਝ ਆਉਂਦੀ, ਹੌਲੀ ਹੌਲੀ ਚੱਲਣਾ ਅਸੀਂ ਇੱਧਰ ਨੂੰ ਵਿਚਾਰਦੇ ਫਿਰ ਗਿਆਨ ਪ੍ਰਾਪਤ ਹੁੰਦਾ ਵਾ। ਗਿਆਨ ਨਾਲ ਹੀ ਮਨ ਟਿਕਣ ਲੱਗ ਜਾਂਦਾ। ਫਿਰ ਆਪੇ ਹੀ ਸਾਰੀ ਖੇਡ ਸਮਝ ਆ ਜਾਂਦੀ ਹੈ।
ਉਹੀ ਸਤਿਗੁਰ ਸਮਝਾਉਂਦੇ ਨੇ, ਗੁਣ ਨਿਧਾਨ ਹਰਨਾਮਾ, ਨਾਮ ਇੱਕ ਬਹੁਤ ਵੱਡੀ ਸ਼ਕਤੀ ਹੈ, ਜਪ ਪੂਰਨ ਹੋਏ ਕੰਮਾਂ। ਉਹ ਆਤਮਾ ਦੇ ਜਿਹੜੇ ਗੁਰੂ ਭਗਤਾਂ ਦਰਸਾਏ ਰਾਹ 'ਤੇ ਚੱਲਦੇ ਨੇ, ਉਹਨਾਂ ਦਾ ਜਿਹੜਾ ਸੰਸਾਰ ਤੇ ਆਉਣਾ ਕਾਰਜ ਪੂਰਾ ਹੋ ਜਾਂਦਾ। ਜਿਵੇਂ ਆਪਾਂ ਰਹਿ ਰਾਸ ਦੇ ਬਚਨ ਲੈ ਲੈਣੇ ਸਤਿਗੁਰਾਂ ਦੇ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕਿ ਨਾਮ ਦੀ ਪ੍ਰਾਪਤੀ ਖਾਤਰ ਜਿਹੜੀਆਂ ਆਤਮਾ ਲੱਗਦੀਆਂ ਨੇ, ਉਹਨਾਂ ਦਾ ਕਾਜ ਪੂਰਾ ਹੋ ਜਾਂਦਾ। ਉਹੀ ਸਤਿਗੁਰ ਸਮਝਾਉਂਦੇ ਨੇ, ਗੁਰ ਕੀਨੋ ਮੁਕਤ ਦੁਆਰਾ, ਸਭ ਸ੍ਰਿਸ਼ਟ ਕਰੇ ਜੈਕਾਰਾ। ਗਿਆਨ ਤੋਂ ਬਾਅਦ, ਪੂਰਨ ਗਿਆਨ ਹੋਣ ਤੋਂ ਬਾਅਦ ਸਾਨੂੰ ਮੁਕਤੀ ਮਿਲ ਜਾਂਦੀ ਹੈ, ਦੂਆ ਪਦਾਰਥ ਮਿਲ ਜਾਂਦਾ। ਤੀਜਾ ਫਿਰ ਸਾਡੀ ਨਾਮ ਦੀ ਭਗਤੀ ਸ਼ੁਰੂ ਹੋ ਜਾਂਦੀ ਹੈ। ਉਹੀ ਸਹਿਜ ਦੀ ਦੁਨੀਆ, 10ਵਾਂ ਦਵਾਰ ਕਹਿ ਲਓ, ਉਹਨੂੰ ਹਰ ਦਵਾਰ ਕਹਿ ਲਓ। ਤਹਾਂ ਕਬੀਰਾ ਮਟ ਕੀਆ, ਖੋਜਤ ਮੁਨ ਜਨਵਾੜ, ਰਿਸ਼ੀ ਮੁਨੀ ਆਪਦੀ ਮਤ ਨਾਲ ਲੱਭਦੇ ਰਹਿਣ, ਕਿਸੇ ਨੂੰ ਨਹੀਂ ਲੱਭਿਆ ਭਾਈ। ਇਹ ਦੇਵਲੋਕ ਪਹੁੰਚਣਾ ਆਪਾਂ, ਜਦ ਤੱਕ ਇੱਥੇ ਸਾਡਾ ਛੁਟਕਾਰਾ ਨਹੀਂ ਹੁੰਦਾ ਕਿਵੇਂ ਪਹੁੰਚਾਂਗੇ। ਉਹੀ ਸਤਿਗੁਰ ਸਮਝਾਉਂਦੇ ਨੇ, ਗੁਰ ਕੀਨੋ ਮੁਕਤ ਦੁਆਰਾ, ਸਭ ਸ੍ਰਿਸ਼ਟ ਕਰੇ ਜੈਕਾਰਾ। ਉਸ ਵਸਤ ਜਾ ਕੇ ਪਤਾ ਲੱਗਦਾ ਵਾ ਸਾਰੀ ਸ੍ਰਿਸ਼ਟੀ ਤਾਂ ਉਹਦੇ ਵਸ 'ਚ ਹੈ, ਸਾਰਾ ਕੁਛ ਤਾਂ ਉਹਦੇ ਵਸ 'ਚ ਹੈ। ਭੈਵੇਂ ਰਚਿਓ ਸਭ ਸੰਸਾਰਾ, ਤਿਸ ਭਉ ਨਾਹੀ ਜਿਸ ਨਾਮ ਉਦਾਰਾ। ਸਾਰੀ ਸ੍ਰਿਸ਼ਟੀ ਉਹਨੇ ਭੈ 'ਚ ਰਚੀ ਹੋਈ ਆ। ਦੇਖੋ ਅੱਜ ਕੀ ਹਾਲ ਹੋ ਰਿਹਾ ਸੰਸਾਰ ਦਾ, ਸਾਰੇ ਭੈ ਭੀਤ ਹੋਏ ਨੇ, ਪਰ ਉਹਦੇ ਹੁਕਮ ਤੋਂ ਬਿਨਾਂ ਕੁਛ ਨਹੀਂ ਹੋਣਾ। ਜੋ ਕੁਦਰਤ ਚਾਹੁੰਦੀ ਹੈ ਉਹੀ ਹੁੰਦਾ ਵਾ। ਜੋ ਤਿਸ ਭਾਵੇ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਏ। ਜਪਜੀ ਸਾਹਿਬ ਬਚਨ ਨੇ ਸਤਿਗੁਰਾਂ ਦੇ, ਅਸੀਂ ਸੁਣਦੇ ਹੀ ਨਹੀਂ ਹੈਗੇ। ਅਸੀਂ ਆਪਦੀ ਮਤ ਨੇ ਲੋਕਾਂ ਨੂੰ ਉਪਦੇਸ਼ ਕਰੀ ਜਾਂਦੇ। ਸਤਿਗੁਰ ਸਮਝਾਉਂਦੇ ਉਹਦੇ ਹੁਕਮ ਤੋਂ ਬਿਨਾਂ ਕੁਛ ਨਹੀਂ ਹੋ ਸਕਦਾ। ਪਰ ਮੰਨਦਾ ਕਿਉਂ ਨਹੀਂ? ਮਨ ਨੂੰ ਗਿਆਨ ਨਹੀਂ ਹੈਗਾ, ਇਹਨੂੰ ਗਿਆਨ ਕਰਾਉਣਾ ਹੈ ਭਾਈ। ਬਾਣੀ ਗਿਆਨ ਕਰਾਉਂਦੀ ਹੈ ਇਹਨੂੰ। ਗੁਰ ਕੀਨੋ ਮੁਕਤ ਦੁਆਰਾ, ਸਭ ਸ੍ਰਿਸ਼ਟ ਕਰੇ ਜੈਕਾਰਾ। ਨਾਨਕ ਪ੍ਰਭ ਮੇਰੇ ਸਾਥੀ, ਜਨਮ ਮਰਨ ਪੈ ਲਾਥੀ। ਉਸ ਅਵਸਥਾ 'ਚ ਜਾ ਕੇ, ਦੇਵਲੋਕ ਪਹੁੰਚ ਕੇ, 10ਵੇਂ ਦਵਾਰ ਪਹੁੰਚ ਕੇ ਸਾਡਾ ਜੰਮਣ ਮਰਨ ਕੱਟਿਆ ਜਾਂਦਾ ਵਾ। ਉਸ ਤੋਂ ਬਾਅਦ ਫਿਰ ਸਾਡੀ ਭਗਤੀ ਸ਼ੁਰੂ ਹੁੰਦੀ ਹੈ। ਦਰਸ਼ਨ ਪਰਸੀਏ ਗੁਰੂ ਕੇ, ਜਨਮ ਮਰਨ ਦੁੱਖ ਜਾਏ। ਉਹੀ ਸਤਿਗੁਰ ਸਮਝਾਉਂਦੇ ਨੇ, ਭਾਈ ਜੇ ਸੁੱਖਾਂ ਦੀ ਪ੍ਰਾਪਤੀ ਕਰਨੀ ਹੈ, ਸਭ ਸੁਖ ਦਾਤਾ ਰਾਮ ਹੈ, ਦੂਸਰ ਨਾਹਿਨ ਕੋਏ। ਕਹੋ ਨਾਨਕ ਸੁਨ ਰੇ ਮਨਾ, ਤੈ ਸਿਮਰਤ ਗਤ ਹੋਏ। ਤੈ ਸਿਮਰਤ ਤੋਂ ਭਾਵ ਨੂੰ ਸਮਝੀਏ, ਗੁਰਬਾਣੀ ਨੂੰ ਵਿਚਾਰੀਏ, ਤੇ ਸਾਡੀ ਗਤੀ ਹੋਊਗੀ। ਗਤੀ ਹੁੰਦਾ ਵਿਕਾਸ, ਆਤਮਾ ਪ੍ਰਾਤਮਾ ਇੱਕ ਹੋ ਜਾਂਦੇ ਨੇ। ਆਓ ਸਾਰੇ ਮਿਲ ਕੇ ਆਪਣਾ ਜੀਵਨ ਸਫਲ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।